ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 56 ਵਿੱਚ ਅੱਜ ਆਪਾਂ ਸ਼ਮੀਰ ਦੇ ਅਨੇਕਾਂ ਜਨਮ ਸੁਪਨੇ ਵਿੱਚ ਭੁਗਤਾਉਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਭਾਈ ਰੂਪੇ ਦੀ ਕੁੱਲ ਵਿੱਚ ਇੱਕ ਗੁੱਦੜ ਸਿੰਘ ਹੋਏ ਹਨ। ਜਗਤ ਵਿੱਚ ਉਹਨਾਂ ਦਾ ਵੱਡਾ ਪ੍ਰਤਾਪ ਹੋਇਆ ਹੈ, ਜਿਸ ਨੂੰ ਬਹੁਤ ਲੋਕਾਂ ਨੇ ਵੇਖਿਆ ਹੈ। ਦਿਆਲ ਦਾਸ ਉਸ ਦੇ ਪਿਤਾ ਦਾ ਨਾਮ ਸੀ, ਜਿਹੜੇ ਵੱਡੀ ਕਰਾਮਾਤ ਵਾਲੇ ਸਨ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਆਏ ਹਨ ਤਾਂ ਉਹ ਸੁਣ ਕੇ ਗਿਆ। ਚਿੱਤ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਚਾਹਤ ਸੀ। ਉਹ ਜਾ ਕੇ ਸ਼ਮੀਰ ਨੂੰ ਮਿਲਿਆ ਅਤੇ ਉਸ ਨੂੰ ਗੁਰੂ ਜੀ ਦੇ ਪਾਸ ਭੇਜਿਆ। ਸ਼ਮੀਰ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਗੁੱਦੜ ਸਿੰਘ ਨੂੰ ਅੰਦਰ ਲਿਆਇਆ। ਇੱਕ ਤਰਖਾਣ ਦੇ ਨਾਲ ਆ ਕੇ ਫਿਰ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ। ਉਸਨੇ ਹੱਥ ਜੋੜੇ ਅਤੇ ਧਰਤੀ 'ਤੇ ਆਪਣਾ ਸਿਰ ਰੱਖ ਕੇ ਪ੍ਰਵੀਨ ਨਮਸਕਾਰ ਕੀਤੀ। ਸੂਖਮ ਅਤੇ ਕੋਮਲ ਵਸਤਰਾਂ ਦਾ ਪੋਸ਼ਾਕਾ ਉਸਨੇ ਗੁਰੂ ਜੀ ਦੇ ਅੱਗੇ ਰੱਖਿਆ। ਸੁਖ ਸ਼ਾਂਤ ਸਭ ਪ੍ਰਕਾਰ ਕਹੀ ਅਤੇ ਫਿਰ ਬਹੁਤ ਬੇਨਤੀ ਕੀਤੀ। ਫਿਰ ਸਤਿਗੁਰੂ ਜੀ ਦੇ ਪਾਸ ਬੈਠ ਕੇ ਕਾਫੀ ਸਮਾਂ ਬਤੀਤ ਕੀਤਾ। ਸ਼ੁਭ ਵਾਰਤਾ ਕਹਿ ਸੁਣ ਕੇ ਸਤਿਗੁਰੂ ਜੀ ਮੁਸਕਰਾਏ। ਫਿਰ ਸ਼ਮੀਰ ਉੱਪਰ ਬਹੁਤ ਪ੍ਰਸੰਨ ਹੋਏ, ਜਿਹੜਾ ਵੱਡੀ ਸੇਵਾ ਕਰਦਾ ਸੀ। ਜਲ ਅਤੇ ਬਹੁਤ ਭਾਂਤ ਦੇ ਭੋਜਨ ਤੁਰੰਤ ਤਿਆਰ ਕਰਵਾਉਂਦਾ ਸੀ। ਪ੍ਰੇਮ ਸਹਿਤ ਭੋਜਨ ਛਕਾਉਂਦਾ ਸੀ ਅਤੇ ਹੱਥ ਜੋੜ ਕੇ ਖਲੋ ਜਾਂਦਾ ਸੀ। ਫਿਰ ਤੁਰੰਤ ਉਸ ਤਰ੍ਹਾਂ ਕਾਰਜ ਕਰਦਾ ਸੀ ਜਿਵੇਂ ਆਗਿਆ ਹੁੰਦੀ ਸੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਮੁਖ ਤੋਂ ਕਿਹਾ, ਹੇ ਸ਼ਮੀਰ ਸਿੱਖ, ਤੂੰ ਬਹੁਤ ਦੂਰ ਦੂਰ ਤੱਕ ਘੋੜੇ ਟਿਕਾਵੇਂਗਾ, ਭਾਵ ਵੱਡਾ ਰਾਜ ਭੋਗੇਂਗਾ। ਦਿਆਲ ਦਾਸ ਪੁੱਤਰ ਨੇ ਸਾਡੇ ਅੱਗੇ ਚੜ੍ਹਾ ਕੇ ਸਾਨੂੰ ਪੁਸ਼ਾਕਾ ਦਿੱਤਾ ਹੈ। ਉਹ ਪੁਸ਼ਾਕਾ ਤੁਸੀਂ ਸਤਿਨਾਮ ਬੋਲ ਕੇ ਆਪਣੇ ਸਰੀਰ ਉੱਪਰ ਧਾਰਨ ਕਰ ਲਓ। ਜਿੱਥੋਂ ਤੱਕ ਆਪਣਾ ਘੋੜਾ ਫੇਰ ਲਵੋ, ਉੱਥੋਂ ਤੱਕ ਆਪਣਾ ਰਾਜ ਲੈ ਲਵੋ। ਭਵਿੱਖ ਵਿੱਚ ਤੁਹਾਡੇ ਵੰਸ਼ ਵਿੱਚ ਤੁਹਾਡਾ ਵੱਡਾ ਰਾਜ ਸਮਾਜ ਹੋਵੇਗਾ। ਸਤਿਗੁਰੂ ਜੀ ਦੇ ਮੁਖ ਤੋਂ ਐਸੇ ਬਚਨ ਸੁਣ ਕੇ ਘਰ ਦੇ ਸਾਰੇ ਮਨੁੱਖਾਂ ਨੇ ਮਿਲ ਕੇ ਬੈਠ ਕੇ ਸਲਾਹ ਕੀਤੀ, ਸਾਡਾ ਵੱਡਾ ਰਾਜ ਹੋਵੇਗਾ। ਇੱਕ ਸ਼ਮੀਰ ਦਾ ਮਾਮਾ ਸੀ, ਜਿਹੜਾ 5 ਪੀਰੀਆ ਸੀ ਅਤੇ ਗੁਰੂ ਜੀ ਤੋਂ ਬੇਮੁਖ ਸੀ। ਸ਼ਮੀਰ ਦੇ ਦੂਸਰੇ 3 ਭਰਾ ਉਸ ਮਾਮੇ ਦੇ ਕਹੇ ਨੂੰ ਮੰਨਦੇ ਸਨ। ਉਹ ਬੋਲਿਆ, ਤੁਹਾਨੂੰ ਕੀ ਹੋ ਗਿਆ ਹੈ? ਤੁਸੀਂ ਭੇਦ ਨਹੀਂ ਜਾਣਦੇ ਹੋ। ਗੁਰੂ ਜੀ ਦਾ ਘਰ, ਸਮਾਜ, ਪੁੱਤਰ ਆਦਿ ਸਭ ਕੁਝ ਤਾਂ ਖਤਮ ਹੋ ਗਿਆ ਹੈ। ਜੋ ਮੂੰਹ ਆਇਆ ਉਹ ਬੋਲਦੇ ਰਹਿੰਦੇ ਹਨ। ਤੁਸੀਂ ਸੱਚ ਪਛਾਣਦੇ ਹੋ। ਕਿਹੜਾ ਰਾਜ ਦਿੰਦੇ ਹਨ? ਉਹਨਾਂ ਦੇ ਪਾਸ ਕੀ ਹੈ? ਇਹ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ। ਇਹ ਸੁਣ ਕੇ ਲਖਮੀਰ ਬੋਲਿਆ, ਜੇ ਕਿਹਾ ਨਹੀਂ ਮੰਨਾਂਗੇ ਤਾਂ ਗੁਰੂ ਜੀ ਬਾਅਦ ਵਿੱਚ ਗੁੱਸਾ ਕਰਕੇ ਕਠੋਰ ਵਚਨ ਕਰਨਗੇ। ਤੀਸਰੇ ਤਖਤ ਮਲ ਨੇ ਫਿਰ ਇਸ ਤਰ੍ਹਾਂ ਕਿਹਾ, ਗੁਰੂ ਜੀ ਦੀ ਸੇਵਾ ਕਰਕੇ ਸਾਰੇ ਪਾਪ ਉਤਾਰੇ ਸਨ। ਲਾਭ ਲੈਣਾ ਤਾਂ ਕਿਤੇ ਰਿਹਾ, ਸਾਡਾ ਨੁਕਸਾਨ ਹੀ ਹੋਵੇਗਾ। ਸਾਰਿਆਂ ਦੀ ਸਲਾਹ ਸੁਣ ਕੇ ਫਿਰ ਸ਼ਮੀਰ ਬੋਲਿਆ, ਇੱਕ ਤਾਂ ਗੁਰੂ ਜੀ ਦਾ ਹੁਕਮ ਨਾ ਮੋੜੋ, ਦੂਸਰਾ ਝੂਠ ਵੀ ਗੁਰੂ ਜੀ ਪਾਸ ਨਾ ਬੋਲੀਏ। ਉਹਨਾਂ ਪਾਸੋਂ ਸੁਣ ਕੇ ਉਹਨਾਂ ਦਾ ਮਾਮਾ ਬੋਲਿਆ, ਚਾਰੇ ਪਾਸੇ ਸਾਡੇ ਪਿੰਡ ਹਨ। ਗੁਰੂ ਜੀ ਦੇ ਬਚਨ ਮੰਨ ਕੇ ਘੋੜੇ 'ਤੇ ਚੜ੍ਹ ਕੇ ਫੇਰ ਲਓ। ਐਸੀ ਸਲਾਹ ਕਰਕੇ ਫਿਰ ਉਹ ਪੁਸ਼ਾਕਾ ਲੈ ਕੇ ਆਏ। ਗੁਰੂ ਜੀ ਦੀ ਆਗਿਆ ਲੈ ਕੇ ਘੋੜੇ 'ਤੇ ਚੜ੍ਹ ਕੇ ਚਾਰੇ ਪਾਸੇ ਚਲਾ ਗਿਆ। ਫਿਰ ਘੋੜਾ ਫੇਰ ਕੇ ਆ ਗਿਆ ਅਤੇ ਗੁਰੂ ਜੀ ਨੂੰ ਪੁੱਛਣ ਲੱਗਾ, ਹੇ ਪ੍ਰਭੂ ਜੀ, ਮੈਂ ਚਾਰੇ ਪਾਸੇ ਘੋੜਾ ਫੇਰ ਦਿੱਤਾ ਹੈ। ਮਾੜੀ ਮੱਤ ਵਾਲੇ ਮਾਮੇ ਨੇ ਇਹਨਾਂ ਨੂੰ ਅੰਤਰਜਾਮੀ ਜਾਣ ਕੇ ਰਾਜ ਨਾ ਲੈਣ ਦਿੱਤਾ ਅਤੇ ਬਹੁਤ ਵੱਡੀ ਗਲਤੀ ਕੀਤੀ। ਸਤਿਗੁਰੂ ਜੀ ਨੇ ਕਿਹਾ, ਚੰਗਾ ਕੀਤਾ ਹੈ, ਹੁਣ ਸ਼ਮੀਰਾ ਬੈਠੋ। ਇਹ ਸੁਣ ਕੇ ਲਖਮੀਰ ਨੂੰ ਨਾਲ ਲੈ ਕੇ ਪਾਸ ਬੈਠ ਗਿਆ। ਸਤਿਗੁਰੂ ਜੀ ਨੇ ਆਪਣਾ ਸੇਵਕ ਜਾਣ ਕੇ ਬਹੁਤ ਕਿਰਪਾ ਕੀਤੀ। ਪਹਿਲਾਂ ਦਾਦਾ ਜੀ ਦੀ ਸੇਵਾ ਕਰਨ ਕਰਕੇ ਵੱਡੇ ਹਿਤਕਾਰੀ ਜਾਣੇ। ਇਸ ਪ੍ਰਕਾਰ 10-11 ਦਿਨ ਬੀਤ ਗਏ। ਕਈ ਪ੍ਰਕਾਰ ਦੇ ਭੋਜਨ ਛਕਦੇ ਸਨ ਅਤੇ ਸ਼ਮੀਰ
ਅਤੇ ਉਸਦੇ ਭਰਾ ਹਿੱਤ ਧਾਰ ਕੇ ਭੋਜਨ ਛਕਾਉਂਦੇ ਸਨ। ਇੱਕ ਦਿਨ ਸਤਿਗੁਰੂ ਜੀ ਨੇ ਸ਼ੁਭ ਥਾਲ ਵਿੱਚ ਧਰ ਕੇ ਭੋਜਨ ਛਕਿਆ। ਭਲੀ ਪ੍ਰਕਾਰ ਭੋਜਨ ਥਾਲ ਵਿੱਚ ਪਰੋਸ ਕੇ ਗੁਰੂ ਜੀ ਦੇ ਅੱਗੇ ਧਰ ਦਿੱਤਾ। ਸ਼ਮੀਰ ਜਦ ਪਾਸ ਖੜਾ ਸੀ ਤਾਂ ਸਤਿਗੁਰੂ ਜੀ ਭੋਜਨ ਛਕ ਰਹੇ ਸਨ। ਪਾਣੀ ਦਾ ਕਟੋਰਾ ਭਰ ਕੇ ਦਿੰਦੇ ਸਨ ਤਾਂ ਗੁਰੂ ਜੀ ਜਲ ਛਕਦੇ ਸਨ। ਜਦ ਸਤਿਗੁਰੂ ਜੀ ਤ੍ਰਿਪਤ ਹੋ ਗਏ ਤਦ ਸ਼ਮੀਰ ਨੇ ਆਪਣੀ ਬੇਨਤੀ ਕੀਤੀ, ਹੁਣ ਤੁਸੀਂ ਕਿਰਪਾ ਕਰਕੇ ਆਪਣਾ ਸੀਤ ਪ੍ਰਸਾਦ ਦਿਓ ਤਾਂ ਕਿ ਮੈਂ ਛਕ ਲਵਾਂ। ਸਤਿਗੁਰੂ ਜੀ ਮੁਖ ਤੋਂ ਬੋਲੇ, ਥਾਲ ਲੈ ਕੇ ਇਸ ਸਥਾਨ ਉੱਪਰ ਬੈਠ ਜਾਓ, ਹਿੱਤ ਧਾਰ ਕੇ ਖਾਓ, ਤੁਸੀਂ ਵੱਡੇ ਸ਼ਰਧਾਲੂ ਹੋ। ਫਿਰ ਹੱਥ ਜੋੜ ਕੇ ਬੋਲਿਆ, ਸੀਤ ਪ੍ਰਸ਼ਾਦ ਲੈ ਕੇ ਘਰ ਨੂੰ ਜਾਵਾਂਗਾ, ਸਾਰੇ ਪਰਿਵਾਰ ਵਿੱਚ ਵੰਡ ਕੇ ਭਾਵਨਾ ਸਹਿਤ ਖਾਵਾਂਗੇ। ਇਸ ਪ੍ਰਕਾਰ ਕਹਿ ਕੇ ਥਾਲ ਚੁੱਕ ਕੇ ਆਪਣੇ ਘਰ ਜਾ ਪਹੁੰਚਿਆ। ਸ਼ਮੀਰ ਨੇ ਸਾਰੇ ਭਰਾ ਮਾਮੇ ਸਹਿਤ ਬੁਲਾ ਲਏ। ਜਿਹੜਾ ਗੁਰੂ ਜੀ ਦਾ ਸੀਤ ਪ੍ਰਸ਼ਾਦ ਵਾਲਾ ਥਾਲ ਹੈ ਉਹ ਮੈਂ ਮੰਗ ਕੇ ਲਿਆਇਆ ਹਾਂ, ਵੱਡਾ ਕਲਿਆਣ ਪ੍ਰਾਪਤ ਕਰੋ ਤੇ ਮਨ ਭਾਉਂਦੇ ਕਾਰਜ ਹੋਣਗੇ। ਇਸ ਪ੍ਰਕਾਰ ਕਹਿ ਕੇ ਜਦ ਸੀਤ ਪ੍ਰਸ਼ਾਦ ਤੋਂ ਰੁਮਾਲ ਉਤਾਰਿਆ ਤਾਂ ਕੀ ਵੇਖਦੇ ਹਨ ਕਿ ਵਿੱਚ ਝਟਕੇ ਦਾ ਮਾਸ ਹੈ ਤੇ ਵੱਡੇ ਵੱਡੇ ਡਲੇ ਧਰੇ ਹਨ, ਜਿਸ ਨੂੰ ਵੇਖ ਕੇ ਬਹੁਤ ਚਿੰਤਿਤ ਹੋ ਗਏ। ਫਿਰ ਜੈਤੋ ਵਾਲੇ ਮਾਮੇ ਨੇ ਕਹਿ ਕੇ ਸਮਝਾਇਆ, ਅਸੀਂ ਮਨ ਭਾਉਂਦੇ ਗੁੱਗੇ ਸੁਲਤਾਨ ਨੂੰ ਪੂਜਦੇ ਹਾਂ। ਇਸ ਦੇ ਖਾਣ ਨਾਲ ਗੁੱਗਾ ਪੀਰ ਕ੍ਰੋਧ ਵਿੱਚ ਆ ਕੇ ਧਨ ਅਤੇ ਘਰਾਂ ਦਾ ਨਾਸ਼ ਕਰ ਦਿੰਦਾ ਹੈ। ਸਾਡੇ ਪੀਰ ਬਹੁਤ ਕਦੀਮੀ ਹਨ, ਉਹ ਸਾਰੀਆਂ ਆਸਾਂ ਪੂਰੀਆਂ ਕਰ ਦਿੰਦੇ ਹਨ। ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਆਪਣੇ ਸੇਵਕਾਂ ਨੂੰ ਪਰਖਣ ਵਾਸਤੇ ਕਦੇ-ਕਦੇ ਇਸ ਤਰ੍ਹਾਂ ਦਾ ਚੋਜ ਕਰਦੇ ਸਨ। ਅਸਲ ਵਿੱਚ ਉਹ ਮਾਸ ਨਹੀਂ ਹੁੰਦਾ ਅਤੇ ਆਪਣੇ ਸੇਵਕ ਦੀ ਅੱਖਾਂ ਦੀ ਦ੍ਰਿਸ਼ਟੀ ਨੂੰ ਪਲਟਾ ਦਿੰਦੇ ਹਨ। ਹੁੰਦਾ ਅਸਲ ਵਿੱਚ ਪ੍ਰਸ਼ਾਦ ਹੀ ਹੈ, ਪਰ ਦੇਖਣ ਵਾਲੇ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਇਹ ਮਾਸ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਸ਼ਮੀਰ ਨੂੰ ਉਸ ਸਮੇਂ ਬਹੁਤ ਚਿੰਤਾ ਹੋ ਗਈ। ਗੁਰੂ ਜੀ ਪਾਸੋਂ ਮੈਂ ਮੰਗ ਕੇ ਲਿਆਇਆ ਸੀ, ਇਸ ਨੇ ਤਰਕ ਕੀਤਾ ਹੈ। ਵੱਡੇ ਭਾਗਾਂ ਨਾਲ ਸੀਤ ਪ੍ਰਸ਼ਾਦ ਪ੍ਰਾਪਤ ਹੋਇਆ ਸੀ। ਜਿਵੇਂ ਕਿਸੇ ਗਰੀਬ ਨੂੰ ਪਾਰਸ ਮਿਲ ਗਿਆ ਹੋਵੇ। ਸਾਡਾ ਮਾਮਾ ਕੁਝ ਸਮਝਦਾ ਨਹੀਂ ਤੇ ਦਿਲ ਵਿੱਚ ਕੁਝ ਸ਼ੰਕਾ ਧਾਰਨ ਕਰਦਾ ਹੈ। ਉਸ ਨੇ ਲਖਮੀਰ ਸ਼ਮੀਰ ਨੂੰ ਕਿਹਾ, ਇਸ ਨੂੰ ਨਾ ਖਾਓ, ਮਿੱਟੀ ਪੁੱਟ ਕੇ ਉਸ ਵਿੱਚ ਦੱਬ ਦਿਓ ਤਾਂ ਕਿ ਕੋਈ ਪਛਾਣ ਨਾ ਸਕੇ। ਉਧਰ ਗੁਰੂ ਜੀ ਵੀ ਹਿਰਦੇ ਵਿੱਚ ਪ੍ਰਸੰਨ ਰਹਿਣਗੇ, ਇੱਧਰ ਪੀਰ ਵੀ ਗੁੱਸਾ ਨਹੀਂ ਕਰੇਗਾ। ਇਸ ਪ੍ਰਕਾਰ ਆਪਸ ਵਿੱਚ ਸਲਾਹ ਕਰਕੇ ਉਸ ਸੀਤ ਪ੍ਰਸ਼ਾਦ ਨੂੰ ਦੱਬਣਾ ਚਾਹੁੰਦੇ ਸਨ, ਪਰ ਸ਼ਮੀਰ ਦਾ ਵਸ ਨਾ ਚੱਲਿਆ, ਕਿਉਂਕਿ ਮਾਮਾ ਬੜਾ ਖੋਟਾ ਸੀ। ਮਹਾਂਪ੍ਰਸ਼ਾਦ ਖਾਣ ਨਾ ਦਿੱਤਾ ਤੇ ਵੱਡਾ ਖੋਟਾ ਕਰਮ ਕੀਤਾ। ਮਿੱਟੀ ਪੁੱਟ ਕੇ ਪ੍ਰਸ਼ਾਦ ਨੂੰ ਵਿੱਚ ਦੱਬ ਦਿੱਤਾ ਤੇ ਕਿਸੇ ਨੇ ਵੀ ਨਾ ਖਾਧਾ। ਪਰ ਲਬਧ ਬਗੈਰ ਕਦੇ ਕਿਸੇ ਨੇ ਵੀ ਕੁਝ ਨਹੀਂ ਪਾਇਆ ਹੈ। ਰਾਤ ਨੂੰ ਸੌਂ ਕੇ ਸਵੇਰੇ ਸਵਖਤੇ ਹੀ ਉੱਠ ਕੇ ਆ ਗਿਆ। ਹੱਥ ਜੋੜ ਕੇ ਗੁਰੂ ਜੀ ਦੇ ਅੱਗੇ ਬੰਦਨਾ ਕੀਤੀ, ਜਿਸ ਦੀ ਛਾਤੀ ਧੜਕ ਰਹੀ ਸੀ। ਸਤਿਗੁਰੂ ਜੀ ਨੇ ਕਹਿ ਕੇ ਪੁੱਛਿਆ, ਮਹਾਂਪ੍ਰਸ਼ਾਦ ਲੈ ਕੇ ਖਾਧਾ ਹੈ ਕਿ ਨਹੀਂ? ਤੂੰ ਵੱਡਾ ਦਾਨੀ ਹੈ। ਤਦ ਸ਼ਮੀਰ ਨੇ ਧੀਰਜ ਰਹਿਤ ਹੋ ਕੇ ਗੁਰੂ ਜੀ ਦੇ ਪਾਸ ਉਚਾਰਨ ਕੀਤਾ। ਜੈਤੋਂ ਵਾਲੇ ਮਾਮੇ ਨੇ ਸਾਰਿਆਂ ਨੂੰ ਖਾਣ ਤੋਂ ਵਰਜ ਦਿੱਤਾ ਸੀ। ਇਸ ਨੂੰ ਨਾ ਖਾਓ, ਇਹ ਸਾਰਾ ਝਟਕਾ ਹੈ, ਪੀਰ ਇਸ ਦਾ ਗੁੱਸਾ ਕਰੇਗਾ। ਘਰ ਵਿੱਚ ਧਨ ਧਾਨ ਹੈ, ਸਾਰੇ ਮਾਲ ਨੂੰ ਪੀਰ ਖਪਾ ਦੇਵੇਗਾ। ਪ੍ਰਸ਼ਾਦ ਵਾਲੇ ਥਾਲ ਨੂੰ ਲੈ ਕੇ ਧਰਤੀ ਵਿੱਚ ਦਬਾ ਦਿੱਤਾ ਹੈ। ਹੇ ਸਤਿਗੁਰੂ ਜੀ, ਤੁਸੀਂ ਕਹਿਣ ਤੋਂ ਬਗੈਰ ਹੀ ਜਾਣਦੇ ਹੋ, ਮੈਂ ਸੱਚ ਕਿਹਾ ਹੈ। ਇਹ ਸੁਣ ਕੇ ਸਤਿਗੁਰੂ ਜੀ ਬੋਲੇ, ਧਰਤੀ ਵਰਸਾਈ ਹੈ, ਤੁਹਾਨੂੰ ਪ੍ਰਾਪਤ ਨਹੀਂ ਹੋਇਆ ਹੈ, ਉਸ ਮੂਰਖ ਨੇ ਗਵਾਇਆ ਹੈ। ਤੁਸੀਂ ਅਨਾਜ ਦਾ ਅਦਬ ਨਹੀਂ ਕੀਤਾ, ਬਹੁਤ ਬੁਰਾ ਕਮਾਇਆ ਹੈ। ਜੇ ਅਨਾਜ ਦਾ ਅਦਬ ਗਵਾ ਦਈਏ ਤਾਂ ਕਾਲ ਪੈ ਜਾਂਦਾ ਹੈ। ਭਦਰਸੈਨ ਇੱਕ ਪਹਿਲਾ ਰਾਜਾ ਹੋਇਆ ਹੈ, ਉਸਨੇ ਅਨਾਜ ਦਾ ਅਪਮਾਨ ਕੀਤਾ ਸੀ। ਇਹ ਸਾਰਾ ਮਾਲਵਾ ਦੇਸ਼ ਉਜੜ ਗਿਆ ਸੀ। ਇਹ ਉਜਾੜ ਹੀ ਜਾਣਿਆ ਜਾਂਦਾ ਸੀ। ਉਸ ਸਮੇਂ ਦੋ ਨਦੀਆਂ ਭਟਲੀ ਤੇ ਚਿਤਰਾ ਚਲਦੀਆਂ ਸਨ। ਉਹ ਨਦੀਆਂ ਹੀ ਸਥਾਨ ਦੀ ਅਪਵਿੱਤਰਤਾ ਵੇਖ ਕੇ ਵਹਿਣ ਤੋਂ ਬੰਦ ਹੋ ਗਈਆਂ। ਸਾਡੇ ਸੀਤ ਪ੍ਰਸ਼ਾਦ ਨੇ ਇਸ ਸਥਾਨ ਨੂੰ ਰੋਕ ਲਿਆ ਹੈ। ਤੁਸੀਂ ਪਰਜਾ ਹੋ ਕੇ ਵਸੋਗੇ, ਇਹ ਮੈਂ ਸਾਰਾ ਜਾਣ ਲਿਆ ਹੈ। ਮਾਲਵੇ ਦੀ ਧਰਤੀ ਬਹੁਤ ਅਨਾਜ ਉਪਜਾਵੇਗੀ।
ਹੁਣ ਨਾਲੋਂ ਦੂਣਾ ਚੌਗਣਾ 8 ਗੁਣਾ ਅਨਾਜ ਪੈਦਾ ਹੋਵੇਗਾ। ਸਾਡਾ ਮਾਲਵਾ ਜਿੱਥੇ ਕਿੱਥੇ ਪ੍ਰਗਟ ਹੋਵੇਗਾ। ਇੱਥੇ ਬੇਅੰਤ ਸਿੰਘ ਪੈਦਾ ਹੋਣਗੇ ਜਿਹੜੇ ਆਪਣੇ ਆਪ ਨੂੰ ਮਲਵਈ ਕਹਾਉਣਗੇ। ਹੇ ਸ਼ਮੀਰ ਸਿੱਖ, ਅਸੀਂ ਦੇਣਾ ਚਾਹੁੰਦੇ ਹਾਂ। ਪਹਿਲਾਂ ਰਾਜ ਤੋਂ ਖਾਲੀ ਰਹਿ ਗਏ ਹੋ, ਹੁਣ ਕਲਿਆਣ ਵੀ ਪਾਓਗੇ। ਜਿਹੜਾ ਮਾਮਾ ਜੈਤੋ ਵਾਲਾ ਤੁਹਾਨੂੰ ਲੈਣ ਨਹੀਂ ਦਿੰਦਾ ਹੈ, ਉਹ ਰੋਗ ਭੋਗੇਗਾ। ਆਪ ਕੋੜ ਹੋ ਜਾਣ 'ਤੇ ਦੁੱਖ ਬਰਦਾਸ਼ਤ ਕਰੇਗਾ। ਫਿਰ ਇਹ ਰੋਗ ਵੰਸ਼ ਨੂੰ ਹੋ ਜਾਏਗਾ। ਕਵੀ ਜੀ ਕਹਿੰਦੇ ਹਨ ਕਿ ਅਸੀਂ ਆਪ ਸੁਣਿਆ ਹੈ, ਹੁਣ ਤੱਕ ਉਸ ਵੰਸ਼ ਨੂੰ ਕੋੜ ਦਾ ਵੱਡਾ ਰੋਗ ਲੱਗਾ ਹੈ। ਉਸ ਵੰਸ਼ ਵਿੱਚ ਹੁਣ ਤੱਕ ਚੱਲਿਆ ਆਇਆ ਹੈ ਤੇ ਉਹ ਵੱਡਾ ਦੁੱਖ ਭੋਗ ਰਹੇ ਹਨ। ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਤੇ ਉਹਨਾਂ ਦੀ ਵਿਸ਼ਾਲ ਸੇਵਾ ਵੇਖ ਕੇ ਕਿਹਾ, ਇਹ ਤਾਂ ਲੈਂਦੇ ਨਹੀਂ, ਅਸੀਂ ਦਿੰਦੇ ਹਾਂ। ਇਸ ਪ੍ਰਕਾਰ ਚਿੱਤ ਵਿੱਚ ਸੋਚਦੇ ਹਨ। ਇੱਕ ਦਿਨ ਸ਼ਮੀਰ ਨੂੰ ਬੜੀ ਕਿਰਪਾ ਸਹਿਤ ਬੋਲੇ, ਜਿਹੜੀ ਵੀ ਤੁਹਾਡੇ ਚਿੱਤ ਵਿੱਚ ਕਾਮਨਾ ਹੋਵੇ ਉਹ ਸਾਥੋਂ ਹੁਣ ਲੈ ਲਓ। ਸ਼ੰਕਾ ਰਹਿਤ ਹੋ ਕੇ ਮੰਗੋ ਤੇ ਆਪਣੇ ਹਿਰਦੇ ਦੀ ਅਭਿਲਾਸ਼ਾ ਕਹੋ। ਇਹ ਸੁਣ ਕੇ ਸ਼ਮੀਰ ਨੇ ਹੱਥ ਜੋੜ ਕੇ ਕਿਹਾ, 84 ਦਾ ਗੇੜਾ ਖਤਮ ਹੋ ਜਾਵੇ। ਭਵਜਲ ਪਾਰ ਕਰਨਾ ਬੜਾ ਦੁਖਦਾਈ ਹੈ। ਹੇ ਸਤਿਗੁਰੂ ਜੀ, ਇਸ ਡਰ ਤੋਂ ਮੈਨੂੰ ਬਚਾ ਲਓ। ਇਹ ਸੁਣ ਕੇ ਸਤਿਗੁਰੂ ਜੀ ਚੁੱਪ ਹੋ ਗਏ ਤੇ ਹੋਰ ਖਿਆਲਾਂ ਵਿੱਚ ਪਰਚ ਗਏ। 1-2 ਦਿਨ ਬਤੀਤ ਕਰਕੇ ਸਤਿਗੁਰੂ ਜੀ ਫਿਰ ਕਿਰਪਾਲੂ ਹੋ ਗਏ। ਬੜੇ ਪ੍ਰੇਮ ਨਾਲ ਸੇਵਾ ਕਰਦਾ ਸੀ। ਫਿਰ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ। ਅਸੀਂ ਤੁਹਾਡੇ ਉੱਪਰ ਪ੍ਰਸੰਨ ਹੋਏ ਹਾਂ, ਮਨ ਭਾਉਂਦਾ ਮੰਗੋ। ਫਿਰ ਸ਼ਮੀਰ ਨੇ ਗੁਰੂ ਜੀ ਦੇ ਪਾਸ ਕਿਹਾ, ਭਵਜਲ ਵਿੱਚ ਫੇਰਾ, ਇਹ ਪ੍ਰਭੂ ਜੀ ਵੱਡਾ ਦੁੱਖ ਹੈ, ਮੇਰਾ ਹੱਥ ਫੜੋ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁਖ ਤੋਂ ਕਿਹਾ, ਤੁਹਾਡੇ ਹਾਲੇ ਬਹੁਤ ਜਨਮ ਹੋਣੇ ਹਨ, ਉਹ ਤੂੰ ਭਵਜਲ ਵਿੱਚ ਧਾਰਨ ਕਰਨੇ ਹਨ। ਇਹ ਕਿਵੇਂ ਨਿਬੇੜੇ ਜਾ ਸਕਦੇ ਹਨ? ਕਿੱਥੋਂ ਤੱਕ ਬਚਾ ਕਰਾਂਗੇ? ਹੋਰ ਕੋਈ ਵਸਤੂ ਮੰਗ ਲਓ, ਇਸ ਤੋਂ ਬਗੈਰ ਹੋਰ ਕੋਈ ਨਹੀਂ। ਜਿਹੜਾ ਦੇਣਾ ਯੋਗ ਨਹੀਂ, ਵੱਡੇ ਤੋਂ ਵੱਡੀ ਮਹਾਨ ਵਸਤ ਪ੍ਰਾਪਤ ਕਰੋ। ਅਸੀਂ ਤੇਰੀ ਸੇਵਾ ਅਤੇ ਵੱਡਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ ਹਾਂ। ਅਸੀਂ ਬਹੁਤ ਵਾਰ ਪਰਖਿਆ ਹੈ ਕਿ ਤੇਰਾ ਹਿਰਦਾ ਅਕਪਟ ਹੈ ਅਤੇ ਤੂੰ ਦਿਲ ਦੀ ਸੱਚੀ ਗੱਲ ਕਹਿੰਦਾ ਹੈ। ਆਪਣੀ ਘਾਲ ਕਮਾਈ ਨੂੰ ਸਫਲ ਕਰੋ, ਅਸੀਂ ਤੁਰੰਤ ਦਿੰਦੇ ਹਾਂ। ਇਹ ਸੁਣ ਕੇ ਫਿਰ ਸ਼ਮੀਰ ਨੇ ਕਿਹਾ, ਹੇ ਪ੍ਰਭੂ ਜੀ, ਮੇਰੀ ਗਤੀ ਕਰੋ, ਆਪਣੇ ਨੇੜੇ ਸਥਾਨ ਦਿਓ। ਇਹੋ ਮੇਰੀ ਮੰਗ ਹੈ, ਮੇਰੀ ਹੋਰ ਕੋਈ ਕਾਮਨਾ ਨਹੀਂ ਹੈ। ਮੇਰੀਆਂ ਬੇੜੀਆਂ ਕੱਟ ਦਿਓ। ਉਸ ਦਾ ਹੱਠ ਵੇਖ ਕੇ ਗੁਰੂ ਜੀ ਨੇ ਫਿਰ ਟਾਲ ਦਿੱਤਾ। ਕਈ ਦਿਨ ਬੀਤਣ ਤੋਂ ਬਾਅਦ ਗੁਰੂ ਜੀ ਫਿਰ ਬਹੁਤ ਪ੍ਰਸੰਨ ਹੋ ਗਏ। ਆਪਣੇ ਸੇਵਕ ਦੀ ਕਾਮਨਾ ਨੂੰ ਪੂਰੀ ਕਰੋ, ਮੇਰਾ ਮਨ ਚੈਨ ਨਹੀਂ ਪਾਉਂਦਾ ਹੈ। ਆਪਣੇ ਨੇੜੇ ਦੀ ਪਦਵੀ ਦਿਓ, ਹਿਰਦਾ ਫਿਰ ਬੜਾ ਲਲਚਾਇਆ ਹੈ। ਇੱਕ ਦਿਨ ਫਿਰ ਸ਼ਮੀਰ ਨੂੰ ਪਾਸ ਬੁਲਾ ਕੇ ਗੁਰੂ ਜੀ ਨੇ ਬਚਨ ਕੀਤਾ, ਆਪਣੇ ਮਨ ਦੀ ਕਾਮਨਾ ਮੰਗੋ, ਜਿਵੇਂ ਹੱਠ ਧਾਰਨ ਕੀਤਾ ਹੈ। ਸ਼ਮੀਰ ਨੇ ਕਿਹਾ, ਪ੍ਰਭੂ ਜੀ, ਭਵਜਲ ਤੋਂ ਬਚਾ ਲਓ, ਫਿਰ ਹੋਰ ਜਨਮ ਨਾ ਧਾਰਨ ਕਰਾਂ ਤੇ ਫਿਰ ਕਦੀ ਵੀ ਜਮਾ ਦੀ ਫਾਂਸੀ ਨਾ ਪਵੇ। ਗੁਰੂ ਜੀ ਹੱਸ ਕੇ ਬੋਲੇ, ਇਹੋ ਹੀ ਦੇਵਾਂਗੇ, ਸਵੇਰੇ ਆਉਣਾ। ਇਹ ਸੁਣ ਕੇ ਸ਼ਮੀਰ ਬੰਦਨਾ ਕਰਕੇ ਚਲੇ ਗਿਆ ਤੇ ਬਹੁਤ ਆਨੰਦ ਪ੍ਰਸੰਨ ਹੋ ਗਿਆ। ਸਰਬ ਪ੍ਰਕਾਰ ਦੀ ਸੇਵਾ ਕਰਕੇ ਰਾਤ ਨੂੰ ਸੌਂ ਗਿਆ। ਫਿਰ ਅਦਭੁਤ ਅਨੇਕ ਪ੍ਰਕਾਰ ਦੇ ਸੁਪਨੇ ਵੇਖੇ। ਕਾਂ, ਗਿਰਜ, ਮੋਰ, ਚਕਵਾ, ਚਿੜਾ, ਹੰਸ, ਪੰਛੀ, ਹਿਰਨ, ਪਸ਼ੂ ਪੰਛੀ ਆਦਿ ਜਨਮ ਧਾਰਨ ਕੀਤੇ ਤੇ ਸਰੀਰ ਦੇ ਕਾਲ ਹੋਣ ਤੇ ਮਨੁੱਖਾ ਜਨਮ ਧਾਰਨ ਕੀਤਾ। ਕੀੜੀ, ਕੀੜਾ, ਭ੍ਰਿੰਗੀ ਅਤੇ ਕੋੜ ਕਿੱਲੀ ਵੀ ਬਣਿਆ। ਜਨਮ ਧਾਰ ਕੇ ਜੂਨਾਂ ਭੋਗੀਆਂ ਤੇ ਬਹੁਤ ਵਾਰ ਮਰ ਮਰ ਕੇ ਫਿਰ ਜਨਮ ਧਾਰਨ ਕੀਤੇ। ਪਿਛਲੇ ਜਨਮ ਵਿੱਚ ਫਿਰ ਵਿਕਰਾਲ ਚੰਡਾਲ ਬਣਿਆ ਤੇ ਚੰਡਾਲਣੀ ਦੇ ਨਾਲ ਮਾਲਵੇ ਦੇਸ਼ ਵਿੱਚ ਪ੍ਰਵੇਸ਼ ਕਰ ਗਿਆ। ਬਹੁਤ ਪੁੱਤਰ ਧੀਆਂ ਹੋਏ ਤੇ ਵੱਡਾ ਪਰਿਵਾਰ ਵੱਧ ਗਿਆ। ਫਿਰ ਦੇਸ਼ ਵਿੱਚ ਕਾਲ ਪੈ ਗਿਆ ਤੇ ਅਨਾਜ ਕਿਤੇ ਵੀ ਲੱਭਦਾ ਨਹੀਂ ਸੀ। ਭੁੱਖਾ ਰਹਿ ਕੇ ਦੁੱਖ ਬਰਦਾਸ਼ਤ ਕਰਦਾ ਸੀ ਤੇ ਫਿਰ ਜੰਗਲ ਵਿੱਚ ਚਲਾ ਗਿਆ। ਖਾਣ ਵਾਸਤੇ ਪੱਕੇ ਪੀਲੂ ਡਾਹਣੀਆਂ ਨਾਲ ਲੱਗੇ ਸਨ। ਕਈ ਧੀਆਂ ਪੁੱਤਾਂ ਦੇ ਨਾਲ ਲੈ ਕੇ ਜੰਗਲ ਵਿੱਚ ਚਲਾ ਗਿਆ। ਤੋੜਨ ਵਾਸਤੇ ਦਰਖਤ 'ਤੇ ਚੜ੍ਹਿਆ। ਦਰਖਤ ਦੇ ਹੇਠਾਂ ਉਸਦੇ ਬਾਲਕ ਸੀ। ਤੋੜ ਤੋੜ ਕੇ ਥੱਲੇ ਸੁੱਟੀ ਜਾਂਦਾ ਸੀ ਤੇ ਬਾਲਕ ਨਾਲ ਨਾਲ ਖਾਈ ਜਾਂਦੇ ਸਨ। ਫਿਰ ਇੱਕ ਪਤਲੀ ਟਾਹਣੀ ਉੱਤੇ ਆਪਣਾ ਪੈਰ ਟਿਕਾਇਆ। ਤੋੜਨ ਦਾ ਲਾਲਚ ਕਰਕੇ ਝੁਕ ਕੇ ਅੱਗੇ ਹੋਇਆ। ਡਾਹਣੀ ਟੁੱਟ ਗਈ।
ਤੇ ਉਹ ਧਰਤੀ ਤੇ ਉੱਪਰ ਡਿੱਗ ਪਿਆ। ਸੱਟ ਲੱਗਣ ਨਾਲ ਜਾਗ ਕੇ ਦੋਵੇਂ ਨੈਣ ਖੋਲੇ। ਫਿਰ ਵਿਚਾਰ ਕਰਕੇ ਭਾਰੀ ਕੌਤਕ ਵੇਖ ਕੇ ਬਹੁਤ ਹੈਰਾਨ ਹੋਇਆ। ਕੁਝ ਸਮੇਂ ਬਾਅਦ ਕਿਤੇ ਜਾ ਕੇ ਪਾਖਾਨਾ ਕਰਨ ਵਾਸਤੇ ਬੈਠਾ ਤਾਂ ਆਪਣੇ ਸੁਪਨੇ ਬਾਰੇ ਸੋਚਿਆ, ਜਿਸ ਵਿੱਚ ਕਈ ਸਰੀਰ ਧਾਰਨ ਕੀਤੇ ਸਨ। ਜਿਵੇਂ ਪੇਟ ਭਰ ਕੇ ਪੀਲੂ ਖਾਧੇ ਸਨ, ਪਾਖਾਨਾ ਵੀ ਉਸ ਪ੍ਰਕਾਰ ਦਾ ਆਇਆ। ਵੇਖ ਕੇ ਬਹੁਤ ਚਿੰਤਾ ਵਧੀ ਤੇ ਦਿਲ ਵਿੱਚ ਬਹੁਤ ਹੈਰਾਨ ਹੋਇਆ। ਸ਼ੌਚ ਕਰਕੇ ਉੱਠ ਕੇ ਫਿਰ ਇਸ਼ਨਾਨ ਕਰਨ ਵਾਸਤੇ ਬੈਠਾ। ਜਦ ਫਿਰ ਦਾਤਣ ਕਰਨ ਲੱਗਾ ਤਾਂ ਚਿੱਤ ਵਿੱਚ ਆਪਣੇ ਸੁਪਨੇ ਬਾਰੇ ਹੀ ਸੋਚਦਾ ਸੀ। ਜਦ ਦਾਤਣ ਕੀਤੀ ਤਾਂ ਦੰਦਾਂ ਵਿੱਚੋਂ ਪੀਲੂ ਦੇ ਫਸੇ ਹੋਏ ਬੀਜ ਨਿਕਲੇ ਤਾਂ ਉਹਨਾਂ ਨੂੰ ਵੇਖ ਕੇ ਚਿੱਤ ਵਿੱਚ ਵੱਡਾ ਅਚਰਜ ਕੌਤਕ ਜਾਣਿਆ। ਸੋਚਦਾ, ਇਹ ਕੀ ਤਮਾਸ਼ਾ ਹੋਇਆ ਹੈ। ਮੈਨੂੰ ਤਾਂ ਸੁਪਨਾ ਆਇਆ ਸੀ ਕਿ ਸੱਚ ਵਿੱਚ ਜਨਮ ਧਾਰ ਕੇ ਵੱਡਾ ਸੰਕਟ ਵੇਖਿਆ ਹੈ। ਇਹ ਜਾਣਿਆ ਨਹੀਂ ਜਾਂਦਾ ਹੈ ਕਿ ਮੇਰੇ ਨਾਲ ਰਾਤ ਸੁਪਨੇ ਵਿੱਚ ਕੀ ਗਤੀ ਹੋਈ ਹੈ। ਫਿਰ ਕੱਪੜੇ ਪਹਿਨ ਕੇ ਗੁਰੂ ਜੀ ਵੱਲ ਚੱਲ ਪਿਆ ਤੇ ਮਨ ਵਿੱਚ ਆਪਣੇ ਸੁਪਨਿਆਂ ਬਾਰੇ ਸੋਚਦਾ ਸੀ। ਗੁਰੂ ਜੀ ਦੇ ਚਰਨ ਕਮਲਾਂ ਉੱਪਰ ਬੰਦਨਾ ਕਰਕੇ ਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ। ਤਦ ਸਤਿਗੁਰੂ ਜੀ ਨੇ ਪੁੱਛਿਆ, ਚਿੱਤ ਵਿੱਚ ਕਿਸ ਪ੍ਰਕਾਰ ਦੀ ਚਿੰਤਾ ਹੈ? ਇਸ ਬਾਰੇ ਸੋਚੋ ਨਹੀਂ, ਆਨੰਦ ਕਰੋ, ਤੇਰਾ ਭਲਾ ਹੋ ਗਿਆ ਹੈ। ਇੱਕ ਰਾਤ ਵਿੱਚ ਹੀ ਤੇਰੇ ਬਹੁਤ ਵੱਡੇ ਲੇਖਾਂ ਦਾ ਨਿਬੇੜਾ ਹੋ ਗਿਆ ਹੈ। ਇਹ ਸੁਣ ਕੇ ਘੜੀ ਮੁੜੀ ਬਾਰ-ਬਾਰ ਸਿਨਮਰ ਹੋ ਕੇ ਚਰਨ ਕਮਲਾਂ ਉੱਪਰ ਬੰਦਨਾ ਕਰਦਾ ਸੀ ਤੇ ਕਹਿੰਦਾ ਸੀ, ਹੇ ਸਤਿਗੁਰੂ ਜੀ, ਮੈਨੂੰ ਇਸ ਦਾ ਭੇਦ ਦੱਸੋ। ਮੈਨੂੰ ਇਸ ਬਾਰੇ ਵੱਡੀ ਚਿੰਤਾ ਹੈ। ਮੈਨੂੰ ਸੱਚਾ ਸੁਪਨਾ ਆਇਆ ਹੈ। ਇਹ ਮੈਂ ਦੋਵਾਂ ਵਿਧੀਆਂ ਨਾਲ ਜਾਣ ਲਿਆ ਹੈ। ਮੈਂ ਪੀਲੂ ਦੇ ਫਲ ਜਦ ਰਾਤ ਸਮੇਂ ਕਿਸੇ ਪ੍ਰਕਾਰ ਵੀ ਨਹੀਂ ਖਾਧੇ ਹਨ। ਜਾ ਕੇ ਮੈਂ ਵੇਖਿਆ ਕਿ ਪਾਖਾਨਾ ਵੀ ਪੀਲੂਆਂ ਵਾਲਾ ਆਇਆ ਸੀ ਤੇ ਪੀਲੂ ਦੇ ਬੀਜ ਦੰਦਾਂ ਵਿੱਚ ਵੀ ਫਸੇ ਸਨ। ਇਹ ਮੈਂ ਚੰਗੀ ਤਰ੍ਹਾਂ ਵੇਖਿਆ ਹੈ ਤੇ ਹੈਰਾਨ ਹੋ ਕੇ ਚਿੱਤ ਵਿੱਚ ਬਹੁਤ ਚਿੰਤਾ ਹੋਈ ਹੈ। ਤਦ ਸਤਿਗੁਰੂ ਜੀ ਨੇ ਮੁਖ ਤੋਂ ਕਿਹਾ, ਤੇਰੇ ਜਿਹੜੇ ਕਈ ਜਨਮ ਹੋਣੇ ਸਨ ਉਹ ਸੁਪਨੇ ਵਿੱਚ ਭੁਗਤਾਏ ਹਨ ਤੇ ਇਸ ਸਮੇਂ ਤੈਨੂੰ ਉਹਨਾਂ ਦੀ ਸੋਝੀ ਵੀ ਕਰਵਾ ਦਿੱਤੀ ਹੈ। ਤੂੰ ਸਦਾ ਹੀ ਸਾਡੇ ਪਾਸੋਂ ਇਹ ਮੰਗਦਾ ਸੀ ਕਿ ਤੂੰ 84 ਦੇ ਗੇੜ ਵਿੱਚ ਨਾ ਪਵੇਂ। ਇਸ ਕਰਕੇ ਉਸ ਬਾਰੇ ਤੇਰਾ ਨਿਸ਼ਚਾ ਕਰਵਾ ਦਿੱਤਾ ਤੇ ਤੇਰੀ ਜਮਾਂ ਦੀ ਫਾਂਸੀ ਕੱਟੀ ਗਈ ਹੈ। ਜੋਗੀਆਂ ਵਾਲੀ ਦੁਰਲਭ ਪਦਵੀ ਤੈਨੂੰ ਪ੍ਰਾਪਤ ਹੋਈ ਹੈ। ਤੇਰਾ ਭਵਜਲ ਤਾਰ ਦਿੱਤਾ ਹੈ। ਹੁਣ ਕਿਸੇ ਪ੍ਰਕਾਰ ਦਾ ਸੰਕਟ ਨਹੀਂ ਵੇਖੇਗਾ। ਗੁਰੂ ਜੀ ਪਾਸ ਦਿਆਲਪੁਰ ਦਾ ਰਹਿਣ ਵਾਲਾ ਇੱਕ ਤਰਖਾਣ ਬੈਠਾ ਸੀ। ਉਹ ਆਪਣਾ ਮੱਥਾ ਟੇਕ ਕੇ ਹੱਥ ਜੋੜ ਕੇ ਕਹਿਣ ਲੱਗਾ, ਇਸ ਦੇ ਨਾਲ ਮੈਨੂੰ ਵੀ ਬਖਸ਼ ਦਿਓ ਤੇ ਮੈਨੂੰ ਭਵਜਲ ਤੋਂ ਬਚਾ ਲਓ। ਦਾਸ ਜਾਣ ਕੇ ਮੈਨੂੰ ਸ੍ਰੇਸ਼ਟ ਵਰ ਦਿਓ, ਜਿਵੇਂ ਅਭਿਲਾਸ਼ਾ ਪੂਰੀ ਹੋ ਜਾਵੇ। ਪ੍ਰਭੂ ਜੀ ਉਸ ਨੂੰ ਵੇਖ ਕੇ ਮੁਸਕਰਾਏ। ਪਾਸ ਰਹਿੰਦਾ ਹੈ ਤੇ ਮਨ ਵਿੱਚ ਵੱਡਾ ਪ੍ਰੇਮ ਹੈ। ਉਸ ਉੱਪਰ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਉਸ ਸਮੇਂ ਕਿਹਾ, ਤੂੰ ਵੀ ਸ਼ਮੀਰ ਦੇ ਨਾਲ ਆਪਣੇ ਪ੍ਰਾਣ ਤਿਆਗ ਦੇਵੇਂਗਾ ਤੇ ਸਾਡੇ ਪਾਸ ਪਹੁੰਚ ਕੇ ਆਪਣੇ ਬੰਧਨ ਦੂਰ ਕਰ ਲਵੇਂਗਾ। ਇਹ ਸੁਣ ਕੇ ਦੋਵਾਂ ਨੇ ਆਨੰਦ ਧਾਰ ਕੇ ਚਰਨ ਕਮਲਾਂ ਉੱਪਰ ਬੰਦਨਾ ਕੀਤੀ ਤੇ ਕਿਹਾ, ਧੰਨ ਧੰਨ ਸ਼੍ਰੀ ਸਤਿਗੁਰੂ ਜੀ ਹਨ, ਜਿਹੜੇ ਦੁੱਖ ਦਲਿੱਦਰ ਨੂੰ ਕੱਟ ਦਿੰਦੇ ਹਨ। ਆਪਣੇ ਦਾਸਾਂ ਦਾ ਲੋਕ ਪਰਲੋਕ ਇੱਕ ਛਿਣ ਵਿੱਚ ਸੁਧਾਰ ਦਿੰਦੇ ਹਨ। ਸਾਰਾ ਜਗਤ ਮੰਗਤਾ ਹੈ ਤੇ ਤੁਸੀਂ ਇੱਕ ਦਾਤਾ ਹੋ। ਸੋ ਸਾਧ ਸੰਗਤ, ਜਿੱਥੇ 6ਵੀਂ ਰੁੱਤ ਦਾ 56ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।